राजनीति से काम तक, अपराध से अंजाम तक, खेत से खलिहान तक, खिलाड़ी से मैदान तक, आईफा की धमाकेदार रात, सितारों से आसमान तक, अब हर खबर पर होगी हमारी नजर। पल पल बदलती देश और दुनिया की हर खबर पाइए सीधा अपने मोबाइल पर। नहीं, आप भी उधर ही हो जाइए। हाँ। अपने वीडियो पे यही बैठे चलो ठीक, हाँ आराम से धीरे। नीचे नीचे और मार दो देखते। हाँ ठीक, नीचे विचार कर दीजिए। पीछे पीछे आ जाइए, ध्यान दीजिए। के विरुद्ध कार्रवाई हेतु 14A की धारा गैंगस्टर एक्ट में बहुत सारी प्रॉपर्टीज जो है वो विगत कुछ दिनों में जब्तीकरण उसका कराया गया है। आज 3 व्यक्तियों की प्रॉपर्टी का जब्तीकरण धारा 14A गैंगस्टर एक्ट 1986 के अंतर्गत किया जा रहा है। नंबर 1 मुख्तार अंसारी की प्रॉपर्टी, जहां पे हम लोग अभी खड़े हैं, यहाँ पे इनका मकान सीज किया जा रहा है। दूसरा अफजाल अंसारी की कुछ 5 अराजी नंबर्स है, जिसका कुल रकबा 0.3 हेक्टेयर्स है। और काजू कुरैशी जो इनका गैंग मेंबर है, उसकी भी प्रॉपर्टी को आज जब्त कराया जाएगा। कुल अनुमानित कीमत इन प्रॉपर्टीज की लगभग 2.5 करोड़ रुपए के आसपास है, जिसमें मुख्तार अंसारी का मकान है। मुख्तार अंसारी का मकान है, अफजाल अंसारी की लैंड प्रॉपर्टी है और काजू कुरैशी की भी लैंड प्रॉपर्टी है। इसमें इसी तरीके की कार्रवाई अन्य
तीन बार सुनो श्रीमान जिलाधिकारी जनपद गाजीपुर के आदेश संख्या 114/18 JA थाना परिसर कुर्सी 2022 दिनांकित 13 सितंबर 2022 के क्रम में गैंगस्टर एक्ट की धारा 14 नंबर से संबंधित मुकदमा अपराध संख्या 1051/2007 धारा 31 गैंगस्टर अधिनियम थाना मोहम्मदाबाद जनपद गाजीपुर से संबंधित अभियुक्त गैंग लीडर मुख्तार अंसारी पुत्र रहमुल्ला अंसारी निवासी दर्जी टोला थाना मोहम्मदाबाद जनपद गाजीपुर जो गैंग संख्या ISI 191 के गैंग लीडर हैं के द्वारा जोशपुर मोहम्मदाबाद में पैतृक जमीन पर मकान नंबर 130 का निर्माण कराया गया है। नवनिर्मित मकान 296 वर्ष 1990-91 में दर्ज है। उक्त नवनिर्मित मकान संख्या 296 को कुर्क किया जाता है। ਕੀ ਨਾਮ ਕੀ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ, ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕੀ ਮਾਮਲਾ ਕੀ ਹੈ ਤੁਹਾਡਾ? ਹਾਂਜੀ, ਮੈਂ ਹਰਭਜਨ ਕੌਰ ਪਿੰਡ ਹੁਸੈਨ ਸ਼ਾਹ ਵਾਲੇ ਦੀ ਮੌਜੂਦਾ ਸਰਪੰਚ ਹਾਂ ਜੀ, ਅਤੇ ਉੱਥੇ ਸਕੂਲ ਕਮੇਟੀ ਦੀ ਚੇਅਰਮੈਨ ਵੀ ਹਾਂ। ਮੈਂ ਉੱਥੇ ਮੀਟਿੰਗ 'ਤੇ ਮੈਨੂੰ ਮਾਸਟਰ ਕੁਲਦੀਪ ਸਿੰਘ ਨੇ ਬੁਲਵਾਇਆ ਸੀ, ਸਾਡਾ ਕੁਛ ਦੇਣ ਲੈਣਾ ਸੀ, ਅਸੀਂ ਉੱਥੇ ਕਰਨਾ ਸੀ। ਅਤੇ ਮੈਂ ਮੀਟਿੰਗ 'ਚ ਗਈ, ਮੈਂ ਜਦੋਂ ਕੁਲਦੀਪ ਸਿੰਘ ਨੂੰ ਕਿਹਾ ਵੀ ਮੈਨੂੰ ਮਤਾ ਬੁੱਕ ਦਿਓ, ਮੈਂ ਪੜ੍ਹਨਾ, ਉਹਨਾਂ ਮੈਂ ਖਿੱਚਿਆ ਰਜਿਸਟਰ, ਅਤੇ ਉਹਨਾਂ ਮੇਰੇ ਕੋਲੋਂ ਰਜਿਸਟਰ ਖਿੱਚ ਲਿਆ। ਕਹਿੰਦਾ ਤੁਹਾਨੂੰ ਅਕਲ ਹੁੰਦਾ ਨਹੀਂ, ਚੇਅਰਮੈਨ ਬਣ ਜਾਂਦੇ, ਤੁਹਾਨੂੰ ਚੇਅਰਮੈਨ ਬਣਾਇਆ ਕਿੰਨੇ? ਇਸ ਤੋਂ ਸਾਡਾ ਵੀ ਮਾੜਾ ਜਿਹਾ ਕੋਈ ਰੰਜਿਸ਼ ਜੀ ਹੋ ਗਈ, ਅਸੀਂ ਬਾਹਰ ਆ ਗਏ। ਮੇਰਾ ਬੈਗ ਵਿੱਚ ਹੈਗਾ ਸੀ ਸਾਰਾ ਵੀ ਪੰਚਾਇਤ ਦਾ ਰਿਕਾਰਡ, ਉਹ ਉਹਨੇ ਰੱਖ ਲਿਆ, ਵੀ ਰਹਿ ਗਿਆ ਸਾਡਾ ਉੱਥੇ। ਜਦੋਂ ਅਸੀਂ ਘਰ ਆਣ ਕੇ ਵੇਖਿਆ ਸਾਡਾ ਰਿਕਾਰਡ ਨਹੀਂ ਸੀ, ਅਸੀਂ ਦੁਬਾਰਾ ਮੈਂ ਫਿਰ ਲੈਣ ਗਈ। ਜਦੋਂ ਮੈਂ ਉੱਥੇ ਗਈ ਅਤੇ ਵੀ ਮੈਨੂੰ ਨਾ ਵੀ ਮੈਨੂੰ ਕਹਿੰਦਾ ਵੀ ਨਹੀਂ ਇੱਥੇ ਹੈਗਾ ਪਹਿਲਾਂ, ਫਿਰ ਕਹਿੰਦਾ ਮੈਂ ਨਹੀਂ ਦੇਣਾ। ਮੈਂ ਕਿਹਾ ਚੱਲ ਦੇ ਤੂੰ ਮੈਨੂੰ। ਇੱਥੋਂ ਨਾ ਮੈਨੂੰ ਧੱਕਾ ਮਾਰਿਆ, ਇੱਕ ਮੁੰਡਾ ਉਹਨੇ ਬਿਠਾਇਆ ਹੋਇਆ ਸੀ ਕੋਲ, ਉਹ ਵੀ ਆਣ ਕੇ ਮੇਰੇ ਗਲ ਪੈਣ ਨੂੰ ਆਇਆ। ਮੈਂ ਵੀ ਅੱਗੋਂ ਮੇਰੀ ਚੀਕ ਨਿਕਲ ਗਈ। ਮੇਰਾ ਦਿਓਰ ਬਾਹਰ ਖੜਾ ਸੀ ਜਸਵੰਤ ਸਿੰਘ, ਇਹਨਾਂ ਨੇ ਮੈਨੂੰ ਆਣ ਕੇ ਅੰਦਰੋਂ ਛਡਾਇਆ। ਇਸ ਸੰਬੰਧੀ ਤੁਸੀਂ ਕਾਰਵਾਈ ਕੀ ਕਰਾਉਣਾ ਚਾਹੁੰਦੇ ਹੋ? ਜੀ ਅਸੀਂ ਪਹਿਲਾਂ ਥਾਣੇ ਵੀ ਗਏ ਸੀ, DC ਸਾਹਿਬ ਕੋਲ ਵੀ ਗਏ, ਅਸੀਂ ਬੜਾ ਵੀ ਸਾਰਿਆਂ ਕੋਲ ਗਏ ਹਾਂ, ਸਾਡਾ ਕੋਈ ਸੁਣਵਾਈ ਨਹੀਂ ਹੋਈ। ਅੱਜ 13 ਦਿਨ ਹੋ ਗਏ ਨੇ, ਅਤੇ ਵੀ ਮੈਂ ਇਹੋ ਮੰਗ ਕਰਨੀ ਵੀ ਮੈਨੂੰ ਇਨਸਾਫ ਮਿਲੇ। ਮੈਂ ਇੱਕ ਮਹਿਲਾ ਪਿੰਡ ਦੀ, ਨਾਲੇ ਸਰਪੰਚ ਨਾਲੇ ਚੇਅਰਮੈਨ, ਇੰਨੀ ਬਦਸਲੂਕੀ ਉਹਨੇ ਮੇਰੇ ਨਾਲ ਕਿਉਂ ਕੀਤੀ? ਅਤੇ ਮੈਂ ਤਾਂ ਵੀ ਉਹ CM ਸਾਹਿਬ ਕੋਲ ਵੀ ਬੇਨਤੀ ਕਰਨੀ ਆ ਵੀ ਮੈਨੂੰ ਸੁਰੱਖਿਅਤ, ਵੀ ਜਦੋਂ ਕਹਿੰਦੇ ਨੇ ਔਰਤਾਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਨੇ, ਫਿਰ ਸੁਰੱਖਿਅਤ ਔਰਤ ਕਿਉਂ ਨਹੀਂ ਹੈਗੀ? ਮੈਂ ਇੱਕ ਆਦੇ ਪਿੰਡ ਵਿੱਚ ਸਰਪੰਚ ਹੋਣ ਦੇ ਨਾਤੇ ਮੈਂ ਸੁਰੱਖਿਅਤ ਨਹੀਂ ਹੈਗੀ ਹੈ। ਅਤੇ ਮੈਨੂੰ ਦਾਬੇ ਲਾਉਂਦੇ ਨੇ, ਉਹਦਾ ਭਰਾ ਵੀ ਮੈਨੂੰ ਦਾਬੇ ਲਾਉਂਦਾ, ਮੇਰੇ ਭਰਾ ਕੋਲੋਂ ਮਾਫੀ ਮੰਗ, ਨਹੀਂ ਤਾਂ ਤੇਰੇ ਤਾਂ ਮੈਂ ਕੇਸ ਕਰਾਂਗਾ। ਅਤੇ ਬੜਾ ਧਮਕਾਉਂਦਾ, ਥਾਣੇ ਦੇ ਵਿੱਚ ਉਹਨੇ ਧਮਕਾਇਆ ਮੈਨੂੰ ਖੁਦ। ਨਹੀਂ ਕੀਤੀ ਅਜੇ, ਕਹਿੰਦੇ ਰਾਜੀਨਾਮਾ ਕਰ ਲਓ, ਬਸ ਰਾਜੀਨਾਮਾ ਦਬਾਅ ਪਾਉਂਦੇ, ਨਾਲੇ ਕਹਿੰਦੇ ਨੇ ਤੁਸੀਂ ਮਿਹਨਤ ਕਰੋ। ਮੈਂ ਮਿਹਨਤ ਕਿਉਂ ਕਰਾਂ ਉਹਦੇ ਕੋਲੋਂ? ਨਾਲੇ ਉਹਨੇ ਮੇਰੇ ਬੇਇੱਜ਼ਤੀ ਕੀਤੀ ਉੱਥੇ ਸਕੂਲ ਜਾ ਕੇ, ਅਤੇ ਮੈਨੂੰ ਉਹਨੇ ਇੰਨਾ ਮਾੜਾ ਚੰਗਾ ਬੋਲਿਆ, ਅਤੇ ਨਾਲੇ ਮੈਂ ਹੁਣ ਉਹਦੇ ਕੋਲੋਂ ਮਾਫੀ ਮੰਗਾ। ਇਹ ਰਾਜੀਨਾਮੇ ਦਾ ਦਬਾਅ ਤੁਹਾਡੇ ਤੇ ਪੁਲਿਸ ਪਾ ਰਹੀ ਹੈ? ਕੀ ਚਾਹੁੰਦੇ ਸਰਕਾਰ ਤੋਂ, ਕੀ ਚਾਹੁੰਦੇ ਤੁਸੀਂ? ਮੈਂ ਬਸ ਨਿਆਂ ਚਾਹੁੰਦੀ ਹਾਂ ਵੀ ਜੋ ਕੁਛ ਹੋਇਆ ਮੇਰੇ ਨਾਲ ਬਦਸਲੂਕੀ, ਇਹਦਾ ਨਿਆਂ ਮੈਨੂੰ ਮਿਲਣਾ ਚਾਹੀਦਾ ਬਸ। ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਮੇਰੇ ਭਾਬੀ ਜੀ ਹਰਭਜਨ ਕੌਰ ਪਿੰਡ ਦੇ ਮੌਜੂਦਾ ਸਰਪੰਚ ਨੇ, SMC ਕਮੇਟੀ ਦੇ ਚੇਅਰਮੈਨ ਵੀ ਨੇ। ਅਸੀਂ ਸਕੂਲ ਬਿਲਡਿੰਗ ਦਾ ਕੰਮ ਕਰਵਾ ਰਹੇ ਸੀ, ਇਹਨਾਂ ਦੀ ਦੇਖ ਰੇਖ, ਚੇਅਰਮੈਨ ਸਾਹਿਬ ਦੀ ਦੇਖ ਰੇਖ 'ਚ ਕੰਮ ਚੱਲ ਰਿਹਾ ਸੀਗਾ।
ਕੁਝ ਸਾਡੀਆਂ ਦੇਣਦਾਰੀਆਂ ਸੀਗੀਆਂ ਜਿਹੜੀਆਂ ਅਸੀਂ ਜਿੱਥੋਂ ਸਮਾਨ ਖਰੀਦ ਕੀਤਾ ਸੀਗਾ ਉਹਨਾਂ ਫਰਮਾਂ ਨੂੰ ਚੈੱਕ ਕੱਟ ਕੇ ਦੇਣੇ ਸੀਗੇ। ਇਹਨਾਂ ਨੇ ਵਾਰ-ਵਾਰ ਚੇਅਰਮੈਨ ਸਾਹਿਬ ਨੇ ਕਿਹਾ ਵੀ ਮਾਸਟਰ ਜੀ ਆਪਾਂ ਜਿਨ੍ਹਾਂ ਕੋਲ ਸਮਾਨ ਖਰੀਦਿਆ ਵੀ ਤੁਸੀਂ ਨਵੇਂ ਆਏ ਹੋ, ਪਹਿਲੇ ਸਕੱਤਰ ਬਦਲ ਗਏ ਸੀਗੇ ਤੇ ਉਹਨਾਂ ਦੇ ਆਪਾਂ ਚੈੱਕ ਕੱਢ ਦਈਏ। ਉਹ ਆਨਾਕਾਨੀ ਕਰਦੇ ਰਹੇ, 15-20 ਦਿਨ ਉਹਨਾਂ ਇੱਦਾਂ ਲੰਘਾਤੇ। 3 ਤਰੀਕ ਨੂੰ ਉਹਨਾਂ ਮੀਟਿੰਗ ਰੱਖੀ ਸੀ 3 ਸਤੰਬਰ ਨੂੰ। ਉੱਥੇ ਮੈਂ ਇਹਨਾਂ ਨੂੰ ਲੈ ਕੇ ਗਿਆ ਸਕੂਲ ਦੇ ਵਿੱਚ। ਉੱਥੇ ਇਹਨਾਂ ਨਾਲ ਉਹਨਾਂ ਨੇ ਇਹਨਾਂ ਮਤਾ ਬੁੱਕ ਮੰਗੀ ਉਹਨਾਂ ਕੋਲੋਂ, ਉਹਨਾਂ ਮਤਾ ਬੁੱਕ ਨਹੀਂ ਦਿੱਤੀ। ਇਹਨਾਂ ਫੜੀ, ਉਹਨਾਂ ਹੱਥੋਂ ਖੋਹ ਲਈ ਤੇ ਨਾਲੇ ਇਹਨਾਂ ਨੂੰ ਬੜੇ ਭੱਦੀ ਸ਼ਬਦਾਵਲੀ ਜਿਹੜੀ ਇਹਨਾਂ ਦੇ ਪ੍ਰਥਾਏ ਵਰਤੀ ਤੇ ਅਸੀਂ ਉੱਥੋਂ ਵਾਪਸ ਆ ਗਏ। ਉਸ ਦਰਮਿਆਨ ਇਹਨਾਂ ਕੋਲੋਂ ਪੰਚਾਇਤ ਦਾ ਰਿਕਾਰਡ ਸੀਗਾ, ਇੱਕ ਲਿਫਾਫਾ ਸੀ, ਉੱਥੇ ਰਹਿ ਗਿਆ। ਜਦੋਂ ਤਲਖੀ ਹੋਈ ਅਸੀਂ ਵਾਪਸ ਆ ਗਏ। ਅਸੀਂ ਉਲਝਣਾ ਨਹੀਂ ਚਾਹਿਆ, ਦੁਬਾਰਾ ਲੈਣ ਗਏ ਤੇ ਮਾਸਟਰ ਨੇ ਇਹਨਾਂ ਦੇ ਗਲਮੇ ਤੋਂ ਫੜ ਕੇ ਜਦੋਂ ਮੰਗਿਆ, ਜਦੋਂ ਗੱਲਬਾਤ ਹੋਈ, ਗਲਮੇ ਤੋਂ ਫੜ ਕੇ ਇਹ ਅੰਮ੍ਰਿਤਧਾਰੀ ਇਹਨਾਂ ਅੰਮ੍ਰਿਤ ਛਕਿਆ ਤੇ ਉਹਨਾਂ ਕੰਧ ਦੇ ਨਾਲ ਮਾਰਿਆ। ਅੰਦਰ ਉਹਨਾਂ ਮੁੰਡਾ ਬਿਠਾਇਆ ਸੀਗਾ, ਉਹ ਵੀ ਗਲ ਪੈ ਗਿਆ। ਮੈਂ ਬਾਹਰ ਖੜਾ ਸੀਗਾ ਸਕੂਲ ਦੇ ਗੇਟ ਦੇ, ਜਦੋਂ ਮੈਨੂੰ ਚੀਕ ਇਹਨਾਂ ਦੀ ਸੁਣਾਈ ਦਿੱਤੀ ਤੇ ਮੈਂ ਮੌਕੇ 'ਤੇ ਆ ਕੇ ਇਹਨਾਂ ਨੂੰ ਛੁਡਾਇਆ। ਉਹ ਦੋਨੇ ਜਣੇ ਇਹਨਾਂ ਦੀ ਮਾਰ ਕੁਟਾਈ ਕਰ ਰਹੇ ਸੀ, ਇਹਨਾਂ ਦੇ ਗਲ ਪੈ ਰਹੇ ਸੀਗੇ। ਆਹ ਘਟਨਾ ਮੈਂ CM ਸਾਹਿਬ ਤੋਂ ਮੰਗ ਕਰਦਾ ਵੀ ਇੱਕ ਪਾਸੇ CM ਸਾਹਿਬ ਕਹਿੰਦੇ ਵੀ ਔਰਤਾਂ ਅੱਗੇ ਆਉਣ। ਉਹਨਾਂ ਬਕਾਇਦਾ ਇੱਕ ਲੈਟਰ ਵੀ ਕੱਢਿਆ ਕੁਝ ਦਿਨ ਪਹਿਲਾਂ ਵੀ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਕੰਮ ਨਹੀਂ ਕਰੇਗਾ। ਜਦੋਂ ਖੁਦ ਇੱਕ ਜਿਹੜਾ ਨੁਮਾਇੰਦਾ ਹੈ, ਸਰਪੰਚ ਹੈ ਪਿੰਡ ਦੀ ਮਹਿਲਾ, ਉਹ ਜਾ ਕੇ ਕੰਮ ਕਰਾਉਣਾ ਚਾਹੁੰਦੀ, ਮੀਟਿੰਗ ਦੇ ਵਿੱਚ ਗਈ ਤੇ ਇੱਕ ਮਾਸਟਰ ਜਿਹੜਾ ਅਧਿਆਪਕ ਹੈ ਜਿਹਦਾ ਕੰਮ ਸਿੱਖਿਆ ਦੇਣਾ, ਉਹ ਇੱਕ ਔਰਤ ਦੀ ਉਹ ਕੁੱਟਮਾਰ ਕਰੇ ਜਾਂ ਉਹਨੂੰ ਭੱਦੀ ਸ਼ਬਦਾਵਲੀ ਬੋਲੇ। ਸਰਕਾਰ ਤੋਂ ਮੰਗ ਕਰਦੇ ਆ ਉਹਨੂੰ ਇਸ ਤੁਰੰਤ ਇੱਥੋਂ ਬਦਲਿਆ ਜਾਵੇ ਸਾਡਾ, ਤਾਂ ਜੋ ਸਾਡੇ ਪਿੰਡ ਦਾ ਜਿਹੜਾ ਮਾਹੌਲ ਖਰਾਬ ਹੈ ਉਹ ਸਹੀ ਹੋ ਸਕੇ ਤੇ ਸਾਡਾ ਜਿਹੜਾ ਕੰਮ ਉਸੇ ਤਰ੍ਹਾਂ ਜਾਰੀ ਰਹਿ ਸਕੇ। ਇਸ ਸੰਬੰਧੀ ਕੋਈ ਥਾਣੇ ਦੀ ਦਰਖਾਸਤ? ਹਾਂਜੀ, ਇਸ ਸੰਬੰਧੀ ਅਸੀਂ ਮਮਦੋੜ ਥਾਣੇ ਦੇ ਵਿੱਚ ਵੀ ਐਪਲੀਕੇਸ਼ਨ 3 ਤਰੀਕ ਨੂੰ ਦਿੱਤੀ ਹੈ। ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਵੀ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਹੈ। ਕਾਰਵਾਈ ਹੋਈ? ਅਜੇ ਤੱਕ ਹੋਰ ਕੋਈ ਕਾਰਵਾਈ ਨਹੀਂ। ਵਿੱਚ ਕੁਝ ਮੌਜੂਦ ਬੰਦੇ ਪਏ ਸੀ ਵੀ ਰਾਜੀਨਾਮਾ ਕਰ ਲਓ। ਅੱਛਾ, ਉਸ ਦਰਮਿਆਨ ਉਹਨਾਂ ਦਾ ਭਰਾ ਇੱਕ ਹੈਗਾ ਜੀ ਬਲਜੀਤ ਸਿੰਘ, SPD ਸਾਹਿਬ ਨਾਲ ਉਹ ਰੇਡਰ ਆ ਤੇ ਉਹ ਵੀ ਨਾਲ ਗਿਆ ਸੀ। ਉਹਨਾਂ ਮੈਨੂੰ ਵੀ ਭੱਦੀ ਸ਼ਬਦਾਵਲੀ ਬੋਲੀ ਔਰ ਇਹਨਾਂ 'ਤੇ ਵੀ ਦਬਾਅ ਪਾਉਂਦੇ ਰਹੇ ਵੀ ਹਰਭਜਨ ਕੌਰ ਮਾਸਟਰ ਕੁਲਦੀਪ ਸਿੰਘ ਤੋਂ ਮਾफ़ੀ ਮੰਗੇ। ਔਰ ਦੇਖੋ, ਇੱਕ ਤਾਂ ਉਹਨਾਂ ਕੁੱਟਮਾਰ ਕੀਤੀ, ਇੱਕ ਉਹਨਾਂ ਨਾਲ ਬਦਸਲੂਕੀ ਕੀਤੀ, ਦੂਜਾ ਉੱਤੋਂ ਮਾफ़ੀ ਮੰਗਾਉਂਦੇ ਆ ਔਰ ਬਾਹਰ ਨਿਕਲ ਕੇ ਸਾਨੂੰ ਧਮਕੀਆਂ ਦਿੰਦੇ ਰਹੇ ਵੀ ਤੁਹਾਡੇ 'ਤੇ ਫਿਰ ਕੇਸ ਕਰਾਂਗੇ। ਸਾਡੀ ਅਫਸਰਾਂ ਤੱਕ ਪਹੁੰਚੇ। ਸਾਡੀ CM ਸਾਹਿਬ ਤੋਂ ਮੰਗ ਹੈ ਵੀ ਅਜੇ ਮਾਸਟਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਉਹਦਾ ਭਰਾ ਜਿਹੜਾ ਸਾਡੇ 'ਤੇ ਦਬਾਅ ਬਣਾ ਰਿਹਾ, SHO 'ਤੇ ਵੀ ਦਬਾਅ ਬਣਾ ਰਿਹਾ, ਉਹਦੇ ਖਿਲਾਫ ਵੀ ਤੁਰੰਤ ਕਾਰਵਾਈ ਕੀਤੀ ਜਾਵੇ। ਸੱਚ ਬਿਆਨ ਚਲਾਇਆ ਕੀ ਜੇ ਸਾਡਾ ਇੱਕ ਪੂਰੇ ਸਟੇਟ ਦਾ ਮਾਨਯੋਗ DGP ਸਾਹਿਬ ਦੀ ਗਾਈਡੈਂਸ ਜਿਹੜਾ ਹੈਗਾ ਪੂਰੇ ਸਟੇਟ 'ਚ ਚੱਲ ਰਿਹਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ, ਜਿਹਦੇ ਵਿੱਚ ਫਿਰੋਜ਼ਪੁਰ 'ਚ IG ਸਾਹਿਬ ਪ੍ਰਦੀਪ ਯਾਦਵ ਸਰ ਦੀ ਡਾਇਰੈਕਸ਼ਨ ਤੇ ਅਗਵਾਈ ਹੇਠ ਅਸੀਂ ਸਰਚ ਆਪਰੇਸ਼ਨ ਚਲਾ ਰਹੇ ਹੈਗੇ, ਜਿਹਦੇ ਵਿੱਚ ਲਗਭਗ 350 ਮੁਲਾਜ਼ਮ ਇੱਥੇ ਅੱਜ ਫਿਰੋਜ਼ਪੁਰ ਸ਼ਹਿਰ 'ਚ ਜਿਹੜਾ ਸਰਚ ਆਪਰੇਸ਼ਨ ਅਸੀਂ 2 ਥਾਵਾਂ ਤੇ ਕੀਤਾ ਹੈਗਾ, 2 ਬਸਤੀਆਂ 'ਚ ਉਹਦੇ 'ਚ ਹੈਗੇ। ਉਸ ਤੋਂ ਇਲਾਵਾ 100+ ਮੁਲਾਜ਼ਮਾਂ ਦਾ ਅਸੀਂ ਸਰਚ ਆਪਰੇਸ਼ਨ ਕੀਤਾ ਸੀਗਾ ਸਵੇਰੇ ਸੋਢੀ ਨਗਰ 'ਚ ਰੂਰਲ ਏਰੀਆ 'ਚ, ਤੇ ਇੱਕ ਸਾਡਾ ਸਰਚ ਆਪਰੇਸ਼ਨ 50 ਮੁਲਾਜ਼ਮਾਂ ਦੀ ਅਗਵਾਈ ਹੇਠ ਜਿਹੜਾ ਚੱਲ ਰਿਹਾ ਹੈਗਾ, ਉਹ ਗੁਰੂ ਹਰਸਹਾਏ ਚੱਲ ਰਿਹਾ ਹੈਗਾ। ਜਿਹੜਾ ਪਰਪਸ ਹੈਗਾ ਉਹ ਹੈਗਾ ਜਿਹੜੀ ਕ੍ਰਿਮੀਨਲ ਐਕਟੀਵਿਟੀਜ਼ ਹੈਗੀ, ਜਿਹਦੇ ਬਾਰੇ ਇਨਫੋਰਮੇਸ਼ਨ ਹੈਗੀ, ਡਰੱਗਸ ਦੇ ਬਾਰੇ, ਇਲੀਗਲ ਵੈਪਨਸ ਦੇ ਬਾਰੇ, ਜਾਂ ਚੋਰੀ ਦੀ ਗੱਡੀਆਂ 2 ਵੀਲਰ 4 ਵੀਲਰ, ਜਾਂ ਜਿਹੜੇ ਕ੍ਰਾਈਮ 'ਚ ਵਰਤੋਂ ਕਰਦੇ ਉਹ, ਜਾਂ ਜਿਹੜੇ ਕ੍ਰਿਮੀਨਲ ਬੈਕਗਰਾਊਂਡ ਦੇ ਜਾਂ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਬੰਦੇ ਹੈਗੇ, ਉਹਨਾਂ ਦੇ ਵੈਰੀਫਿਕੇਸ਼ਨ ਬਾਰੇ, ਉਹਨਾਂ ਨੂੰ ਫੜਨ ਬਾਰੇ ਜਿਹੜਾ ਹੈ, ਤੇ ਉਹਦੇ ਸੰਬੰਧ 'ਚ ਅੱਜ ਅਸੀਂ ਸਾਰਾ ਸਰਚ ਆਪਰੇਸ਼ਨ ਕਰ ਰਹੇ ਹਾਂ।
ਸਾਜੀ ਨਾਲ ਆਪ ਜਾਣਾ ਮੈਂ ਨਾਲ ਚੱਲੋ ਬਹੁਤ ਹੋ ਸਕਦੀ ਹੈ। ये कोई भी मोटरसाइकिल एसपी साहब फिर ही छड़ांगे डॉक्यूमेंट ले लो नाम नोट कर लो मोबाइल नंबर लिख लो जो वेरीफाई हो जाएगी। काका नंबर कितने का यार चल क्या कितने घर चाहे ऐसे भी क्या लगता है कि गहमरी जी के समय में और के समय में क्या बदलाव हुआ है? गहमरी जी ने जिन बात को उठाया था सदन में, वो हमेशा ही मतलब हमारे लिए ये विषय रहेगा कि हम उससे सीख लें, क्योंकि अपने क्षेत्र की कोई भी बात ऐसी हो जो हमारे लिए सदन में उठाना जरूरी है, उसको सदन में उठाने पे कभी न कभी 60 साल बाद ये आपको पुल मिला है, तो ये हम लोग याद रखते हैं कि अगर ये बात हम सदन में उठाएंगे तो हो सकता है कि तुरंत अमल ना हो, लेकिन लंबे समय के बाद भी कोई ऐसा व्यक्ति आएगा तो उस पर अमल जरूर होगा। ये बात हम याद रखते हैं कि विश्वनाथ सिंह गहमरी जी की बहुत ही बड़ी कामयाबी है। देखा जाए कि इन दिनों उत्तर प्रधानमंत्री माननीय श्री नरेंद्र मोदी जी के जन्म तिथि को हम लोग मना रहे हैं और ज्यादा कुछ न कहते हुए, क्योंकि आज इसी अवसर पर कई कार्यक्रम हमारे भी रखे गए हैं और समय भी वही है, तो ज्यादा कुछ न कहते हुए माननीय मोदी जी को 2 पंक्तियां हम सब लोग आप लोगों की तरफ से, अपने तरफ से, मंच की तरफ से, पूरे देशवासियों की तरफ से 2 पंक्तियां समर्पित करते हुए अपनी वाणी को विराम दूंगी। कहना चाहूंगी, पथ क्या, पथ की कुशलता क्या, वो पथ क्या, पथिक की कुशलता क्या, जब पथ पर बिखरे सूल न हो, और नाविक की धैर्य परीक्षा क्या, जब धाराएं प्रतिकूल न हो। ऐसी स्थिति में मोदी जी इस राष्ट्र को संभाल रहे हैं, संवार रहे हैं और उनके संघर्ष को, उनके कार्य की शैली को पूरा हम लोग नमन करते हैं। और इन्हीं बातों के साथ मैं अपनी वाणी को विराम देती हूँ और आप लोगों से अनुमति चाहूंगी, क्योंकि अगले कार्यक्रम में भी मुझे जाना है, इसलिए बहुत बहुत धन्यवाद। और हम नारी इस देश में हो रहे शिक्षा के अभाव में आपने बहुत शिक्षा का काफी महत्व रखा। इसी के साथ मैं अपनी वाणी को विराम देती हूँ। लीक चली आ रही बात ठिबरी की लौ जैसी, लीक चली आ रही बादल का रोना है, बिजली शर्मा रही, मेरा घर छाया है तेरे सुहाग ने,
कार्तिक मन अगहन बार बार हो रहा तन कार्तिक मन अगहन बार बार हो रहा मुझ में तेरा कुआर जैसे कुछ हो रहा रहने दो यह हिसाब कर लेना बाद में भूले तो आ जाना एक भूल। प्रधानमंत्री नरेंद्र मोदी के जन्मदिन के उपलक्ष्य में हरियाणा सरकार की राज्य मंत्री कमलेश डांडा अपने विधानसभा क्षेत्र कल्याथ पहुंची, जहां पर रक्तदान शिविर का आयोजन किया गया। राज्य मंत्री महोदया ने स्वयं ही रक्तदाताओं को बैच लगाकर रक्तदान के लिए प्रेरित किया और रक्तदान करने वाले युवाओं को प्रशंसी पत्र देकर सम्मानित भी किया और पत्रकारों से उन्होंने बातचीत की कि आज भारत देश के यशस्वी प्रधानमंत्री नरेंद्र मोदी जी का जन्म दिवस है और उस उपलक्ष्य में हम यहाँ पहुँचे हैं। साहब, सिपाही की संदिग्ध परिस्थितियों में मौत हुई है, आप मौके पर अभी अस्पताल में मौजूद हैं, क्या कहना चाहेंगे, क्या पूरा प्रकरण है? आज सुबह में जो वहाँ मौके पे जो लोग थे जहाँ पर सिपाही की डेड बॉडी थी, वहाँ के लोगों द्वारा ये बताया गया था कि जो हमारा आरक्षी है वो दौड़ रहा था, अचानक उसके पेट में दर्द हुआ। वहाँ उन्होंने जो दो लोग थे उनको बताया कि मेरे पेट में दर्द हो रहा है और वो जिला पंचायत अध्यक्ष का जनक भी था, उसी के गाँव के बाहर की बात थी, उन्हें अवगत करा दें कि मुझे अस्पताल जाना पड़ेगा। वो लोग जो है वहाँ उनको बताने गए और जब सभी लोग दौड़ के वहाँ पहुँचे तो जो आरक्षी है वह वहाँ पर मृत अवस्था में था। सूचना पर पुलिस भी मौके पर पहुँची और उससे जो है यहाँ अस्पताल लाया गया है। अभी पोस्टमार्टम की कार्रवाई कराई जा रही है। आगे जो भी पोस्टमार्टम के आधार पर जो फैक्ट आएंगे उसका आधार पर कार्रवाई, विभागीय कार्रवाई। सर, परिवारजनों का ये कहना है कि सीधे बॉडी मर्चरी भेजी गई जबकि कोई डॉक्टर को दिखाया नहीं गया, मृत घोषित कर दिया गया। जो भी का आरोप लगा रहे हैं, जो भी उनकी बात है वो हमें बताया उन्होंने, अभी हमने सुना है। अगर कहीं कोई लापरवाही हुई होगी तो उसकी भी जांच कराई जाएगी और सभी पहलुओं की जांच करा के विधिक कार्रवाई सुनिश्चित होगी। आज नहीं, हम कल देखेंगे। मृतक अजय कौन थे? मृतक अजय मेरे बड़े भाई थे और वो यहीं बहराइच पुलिस लाइन से अभी 3 दिन पहले ही अरुणवीर सिंह पूर्व विधायक के यहाँ एज अ गनर गए थे और आज सुबह हमें फ़ोन आया कि उनका एक्सीडेंट हो गया। उनकी मतलब बिना कुछ रीज़न के बस यही बोला गया कि उनकी डेथ हो गई है। और फिर हमें थोड़ी देर बाद किसी पुलिस वाले या किसी का फ़ोन आया, उन्होंने बोला कि उनको हार्ट अटैक आया है पेट में दर्द के बाद। और उसके बाद मतलब हमें कुछ एग्जैक्ट नहीं बताया गया कि क्या हुआ है और जैसा हमें पता चला है कि
वहाँ ऑन द स्पॉट पे किसी डॉक्टर से कोई सलाह नहीं ली गई, ना उनको डॉक्टर के पास दिखाया गया, और वो वहाँ से बॉडी सीधे एज अ मृतक घोषित करके भेज दी गई हॉस्पिटल में। और तो यहाँ आके भी उन्होंने कुछ नहीं चेक कराया, सीधे भेज दिया मर्चरी में, जबकि पहले डॉक्टर को दिखाना चाहिए था। कुछ नहीं हुआ। तो हम चाहते हैं कि इसकी जांच हो। ऐसे बिना जांच के कुछ भी क्लोज करना ठीक नहीं है, क्योंकि वो 3 साल में कभी रनिंग पे नहीं जाता था। आज बोला कि आज रनिंग पे गए 5 बजे सुबह, और वो बंदा 1:30 बजे तक पढ़ रहा था, ऐसा लोगों ने बताया। और उनकी बात भी हुई फ़ोन पे दोस्तों से। तो जो बंदा 1:30 बजे तक जग रहा था, वो 5 बजे उठ के जाएगा नहीं, और उनकी सुबह उठने की कोई जल्दी आदत भी नहीं थी। रनिंग नहीं करते थे? रनिंग नहीं करते थे। तो क्या लगता है आपको? मुझे ये लगता है कि इसकी सही से जांच होनी चाहिए। कहीं ना कहीं कुछ ना कुछ है जो हमें नहीं पता चल पा रहा है। और अभी तक जैसा कि देखा गया, अरुण वीर सिंह जो विधायक थे, जिनके यहाँ एज ए गनर थे, उनके गनर की डेथ हो गई, बट एक बार भी वो यहाँ मौके पर नहीं आए, और इट्स बीन लाइक 6 आवर्स, तो वो नहीं आए हैं। हम चाहते हैं कि इसकी निष्पक्ष रूप से जांच हो, और जो भी गुनहगार है उसको सजा। सुबह कितने बजे इनको मर्चरी भेजा गया? हमारे पास तो फ़ोन आया है 7:48 पे कि इनकी ऑन द स्पॉट डेथ हो गई। अब इन लोगों का कहना है कि वो 5 बजे रनिंग करने गए, तो एग्जैक्ट कब भेजा वो मुझे नहीं पता है। कुछ अधिकारियों से आपकी बात हुई, क्या निष्कर्ष निकला? क्या अधिकारियों का, उनको वो यही बोल रहे हैं कि रनिंग पर गए, उनको हार्ट अटैक हो गया, ऑन द स्पॉट डेथ हो गई। उन्होंने बताया कि उसके बाद जब ऑन द स्पॉट डेथ हो गई थी तो एम्बुलेंस की कोई ज़रूरत नहीं, तो उन्होंने डाले में भर के भेज दिया सीधे मर्चरी में। किसी ने कोई पता नहीं लगाया, किसी ने कोई इलाज नहीं दिया मौके पे। तो यही हमें पता चला अभी जब हम यहाँ आए हैं, तो 2-3 घंटे से हमें, क्योंकि हम हरदोई के रहने वाले हैं। राजनीति की धार हो या खेल की रफ्तार, गांव की चौपाल हो या शहरों का धमाल, आप तक पहुंचेगी हर एक खबर सबसे